Good morning, students. Now we will discuss our next topic of chapter number 5th, ਜੋ ਕਿ ਆ ਫੰਕਸ਼ਨਸ ਆਫ ਕਮਰਸ਼ੀਅਲ ਬੈਂਕ ਮਤਲਬ ਵਪਾਰਿਕ ਬੈਂਕਾਂ ਦੇ ਕੰਮ। ਵਪਾਰਿਕ ਬੈਂਕਾਂ ਦੇ ਜਿਹੜੇ ਫੰਕਸ਼ਨਸ ਆ ਉਹਨੂੰ ਟੂ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਜਾਂਦਾ। ਫਰਸਟ ਹੈਗਾ ਪ੍ਰਾਇਮਰੀ ਫੰਕਸ਼ਨ ਜਿਹਨੂੰ ਮੁੱਢਲੇ ਕਾਰਜ ਤੇ ਸੈਕੰਡਰੀ ਫੰਕਸ਼ਨ ਜਿਹਨੂੰ ਗੌਣ ਕਾਰਜ ਵੀ ਕਿਹਾ ਜਾਂਦਾ। ਹੁਣ ਅੱਗੇ ਆ ਜਿਹੜਾ ਪ੍ਰਾਇਮਰੀ ਫੰਕਸ਼ਨਸ ਆ ਮੁੱਢਲੇ ਕਾਰਜ ਆ ਉਹਨਾਂ ਨੂੰ ਦੋ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਜਾਂਦਾ। ਫਰਸਟ ਹੈਗਾ ਐਕਸੈਪਟਿੰਗ ਡਿਪੋਜ਼ਿਟਸ ਮਤਲਬ ਜਮ੍ਹਾਂ ਸਵੀਕਾਰ ਕਰਨਾ। ਸੈਕਿੰਡ ਹੈਗਾ ਐਡਵਾਂਸਿੰਗ ਲੋਨ ਮਤਲਬ ਕਰਜ਼ੇ ਦੇਣਾ। ਪ੍ਰਾਇਮਰੀ ਕਾਰਜ ਆਪਾਂ ਕੰਮਾਂ ਦੀ ਗੱਲ ਕਰਦੇ ਹਾਂ। ਬੈਂਕ ਕੀ ਕਰਦੇ ਆ, ਉਹਦੇ ਮੇਨ ਹੀ ਕੰਮ ਕਿਹੜੇ ਆ, ਪ੍ਰਾਇਮਰੀ ਕੰਮ ਜਿਨ੍ਹਾਂ ਨੂੰ ਕਿਹਾ ਜਾਂਦਾ ਕੀ ਆ, ਉਹ ਇੱਕ ਜਮ੍ਹਾਂ ਸਵੀਕਾਰ ਕਰਦੇ ਆ ਮਤਲਬ ਆਪਾਂ ਲੋਕ ਉਹਦੇ ਵਿੱਚ ਜਮ੍ਹਾਂ ਕਰਵਾ ਕੇ ਆਉਣੇ ਆ ਪੈਸੇ, ਅਤੇ ਦੂਜਾ ਕੀ ਆਪਾਂ ਉਹਨਾਂ ਤੋਂ ਲੋਨ ਵਗੈਰਾ ਲੈ ਲੈਂਦੇ ਹਾਂ। ਸਭ ਤੋਂ ਪਹਿਲਾਂ ਅੱਜ ਆਪਾਂ ਡਿਸਕਸ ਕਰਨਾ ਕਿ ਅਸੈਪਟਿੰਗ ਡਿਪੋਜ਼ਿਟਸ ਕੀ ਆ। ਸੋ ਦੇਖੋ, ਅਸੈਪਟਿੰਗ ਡਿਪੋਜ਼ਿਟਸ ਆ ਬੈਂਕ accepts deposit from the public on various accounts such as ਮਤਲਬ ਜਿਹੜੇ ਬੈਂਕ ਆ ਉਹ ਬਹੁਤ ਸਾਰੇ ਅਕਾਊਂਟਸ ਦੇ ਦੁਆਰਾ ਕੀ ਆ ਲੋਕਾਂ ਤੋਂ ਪੈਸਾ ਜਿਹੜਾ ਕੀ ਆ ਜਮ੍ਹਾਂ ਕਰਵਾਉਂਦੇ ਆ। ਠੀਕ ਹੈ, ਉਹ ਕਿਹੜੇ ਕਿਹੜੇ ਆ ਅੱਗੇ ਆਪਾਂ ਡਿਸਕਸ ਕਰਾਂਗੇ। ਠੀਕ ਹੈ, ਅਤੇ ਉਹ ਕੀ ਹੁੰਦੇ ਨੇ ਦੇਖੋ। ਫਸਟ ਆ ਸੇਵਿੰਗ ਡਿਪੋਜ਼ਿਟ ਅਕਾਊਂਟ ਮਤਲਬ ਜਿਹਨੂੰ ਪੰਜਾਬੀ ਵਿੱਚ ਬੱਚਤ ਜਮ੍ਹਾਂ ਖਾਤਾ ਕਿਹਾ ਜਾਂਦਾ। ਠੀਕ ਹੈ, ਇਹ ਜਿਵੇਂ ਕਿ ਨਾਮ ਤੋਂ ਹੀ ਕਲੀਅਰ ਆ ਕਿ ਸੇਵਿੰਗ ਇਹਦੇ ਵਿੱਚ ਲਿਆ ਗਿਆ। ਸੇਵਿੰਗ ਦਾ ਮਤਲਬ ਜਿਹੜੀ ਕਿ ਇਨਕਮ ਬਚ ਜਾਂਦੀ ਆ, ਜਦੋਂ ਆਪਾਂ ਨੂੰ ਕੋਈ ਇਨਕਮ ਪ੍ਰਾਪਤ ਹੁੰਦੀ ਆ ਉਹ 'ਤੇ ਅੱਧੀ ਇਨਕਮ ਆਪਾਂ ਕੀ ਕਰਦੇ ਆ ਕੰਜ਼ੰਪਸ਼ਨ 'ਤੇ ਖਰਚ ਕਰ ਦਿੰਦੇ ਆ, ਅਤੇ ਬਾਕੀ ਜਿਹੜੀ ਬਚਦੀ ਆ ਉਹਨੂੰ ਸੇਵਿੰਗ ਬੋਲਦੇ ਆ। ਠੀਕ ਹੈ, ਸੋ ਸੇਵਿੰਗ ਕਰਨਾ ਮਤਲਬ ਜਿਹੜੇ ਪੈਸੇ ਬਚ ਜਾਂਦੇ ਉਹ ਬੈਂਕਾਂ ਦੇ ਵਿੱਚ ਆਪਾਂ ਜਦੋਂ ਜਮ੍ਹਾਂ ਕਰਵਾ ਦਿੰਦੇ ਹਾਂ ਤਾਂ ਉਹਨੂੰ ਕੀ ਬੋਲਦੇ ਆ, ਸੇਵਿੰਗ ਡਿਪੋਜ਼ਿਟ ਅਕਾਊਂਟ। ਠੀਕ ਹੈ, ਸੱਚ ਡਿਪੋਜ਼ਿਟਸ ਆਰ ਐਕਸੈਪਟਡ ਬਾਈ ਦਾ ਬੈਂਕਸ ਇਨ ਆਰਡਰ ਟੂ ਕਲਟੀਵੇਟ ਮਤਲਬ ਮੋਟੀਵੇਟ ਕਰਨਾ ਦਾ ਸੇਵਿੰਗ ਹੈਬਿਟਸ ਇਨ ਦਾ ਪਬਲਿਕ। ਮਤਲਬ ਇਹ ਡਿਪੋਜ਼ਿਟਸ ਕਿਉਂ ਜਿਹੜੇ ਚਲਾਏ ਗਏ ਆ ਬੈਂਕਾਂ ਦੁਆਰਾ ਕਿਉਂ ਐਕਸੈਪਟ ਕਰਦੇ ਆ, ਕਿਉਂਕਿ ਇਹਦੇ ਵਿੱਚ ਕੀ ਆ ਬੈਂਕਾਂ ਦਾ ਮੇਨ ਮੋਟਿਵ ਹੁੰਦਾ ਕਿ ਲੋਕਾਂ ਨੂੰ ਵੱਧ ਤੋਂ ਵੱਧ ਸੇਵਿੰਗਸ ਕਰਨ ਦੇ ਲਈ ਪ੍ਰੋਤਸਾਹਨ ਦੇਣਾ ਅਤੇ ਉਹਨਾਂ ਨੂੰ ਇਨਕਰੇਜ ਕਰਨਾ, ਮੋਟੀਵੇਟ ਕਰਨਾ। ਕਿਉਂਕਿ ਜਦੋਂ ਹੀ ਲੋਕ ਸੇਵਿੰਗ ਕਰਨਗੇ ਤਾਂ ਹੀ ਉਹ ਬੈਂਕਾਂ ਦੇ ਕੋਲ ਜਮ੍ਹਾਂ ਕਰਵਾਉਣਗੇ ਅਤੇ ਬੈਂਕ ਆਪਣਾ ਕੀ ਆ ਪ੍ਰੋਫਿਟ ਅੱਗੇ ਗੇਨ ਕਰ ਸਕਣਗੇ, ਆਪਣਾ ਕੰਮ ਚਲਾ ਸਕਣਗੇ। ਸਮ ਰਿਸਟ੍ਰਿਕਸ਼ਨਸ ਆਰ laid on the account holder or the depositors regarding the number of withdrawals during a given period of time। ਮਤਲਬ ਸੇਵਿੰਗ ਅਕਾਊਂਟ ਦੇ ਵਿੱਚ ਕੀ ਹੁੰਦਾ, ਇਹਦੇ ਵਿੱਚ ਕੀ ਆ ਜੇ ਕਿਸੇ ਨੇ ਪੈਸੇ ਕਢਵਾਉਣੇ ਆ ਤਾਂ ਉਹ ਨਿਸ਼ਚਿਤ ਮਾਤਰਾ ਤੱਕ ਹੀ ਰੁਪਏ ਨੂੰ ਕਢਵਾ ਸਕਦਾ। ਜੇ ਕਹਿੰਦੇ ਇਸ ਤੋਂ ਵੱਧ ਉਹਨਾਂ ਨੇ ਕਢਵਾਉਣਾ, ਠੀਕ ਹੈ, ਇੱਕ ਉਹਨਾਂ ਨੇ ਨਿਸ਼ਚਿਤ ਫਿਕਸ ਕੀਤੀ ਹੁੰਦੀ ਹੈ ਵੀ ਤੁਸੀਂ ਇੰਨੇ ਪੈਸੇ ਹੀ ਕੀ ਆ ਜਮ੍ਹਾਂ ਕਰਵਾਉਣੇ ਆ। ਠੀਕ ਹੈ, ਜਾਂ ਫਿਰ ਕਢਵਾਉਣੇ ਆ ਤੁਸੀਂ ਇੰਨੇ ਹੀ ਪੈਸੇ ਕੀ ਆ ਕਢਵਾ ਸਕਦੇ ਆ। ਠੀਕ ਹੈ, ਇਸ ਤੋਂ ਵੱਧ ਜੇ ਕਢਵਾਉਣੇ ਆ ਤਾਂ ਤੁਹਾਨੂੰ ਕੀ ਹੈ ਬੈਂਕ ਨੂੰ ਕੀ ਆ ਇਨਫੋਰਮ ਕਰਨਾ ਪਊਗਾ। ਠੀਕ ਹੈ, ਹੁਣ ਸੇਵਿੰਗ ਅਕਾਊਂਟ ਦੇ ਵਿੱਚ ਕੀ ਆ ਜਦੋਂ ਲੋਕ ਜਮ੍ਹਾਂ ਕਰਵਾ ਦਿੰਦੇ ਆ ਅਤੇ ਬੈਂਕ ਉਹਨਾਂ ਨੂੰ ਉਹਦੇ ਬਦਲੇ ਦੇ ਵਿੱਚ ਕੀ ਆ ਰੇਟ ਆਫ ਇੰਟਰਸਟ ਦਿੰਦੇ ਆ। ਜਿਹੜਾ ਰੇਟ ਆਫ ਇੰਟਰਸਟ ਦਿੱਤਾ ਜਾਂਦਾ, ਠੀਕ ਹੈ, ਉਹ ਬਹੁਤ ਹੀ ਘੱਟ ਹੁੰਦਾ ਐਜ਼ ਕੰਪੇਅਰ ਟੂ FD ਮਤਲਬ ਫਿਕਸਡ ਡਿਪੋਜ਼ਿਟ ਤੋਂ ਘੱਟ ਮਿਲਦਾ। ਠੀਕ ਹੈ, ਇਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਇਹ ਸੇਵਿੰਗਸ ਨੂੰ ਕੀ ਕਰਦਾ, ਮੋਟੀਵੇਟ ਕਰਦਾ। ਇਹਦੇ ਵਿੱਚ ਨਿਸ਼ਚਿਤ ਮਾਤਰਾ ਤੱਕ ਹੀ ਰੁਪਏ ਨੂੰ ਕਢਾਇਆ ਜਾ ਸਕਦਾ। ਸੋ ਇਹਦਾ ਰੇਟ ਆਫ ਇੰਟਰਸਟ ਇਹ ਦਿੰਦਾ ਤਾਂ ਹੈ ਪਰ ਲੋ ਹੁੰਦਾ ਕਿਹਦੇ ਮੁਕਾਬਲੇ, FD ਦੇ ਮੁਕਾਬਲੇ। ਅਗਲਾ ਦੇਖੋ ਫਿਕਸਡ ਡਿਪੋਜ਼ਿਟ ਜਿਹਨੂੰ FD ਬੋਲਿਆ ਜਾਂਦਾ ਔਰ ਟਾਈਮ ਡਿਪੋਜ਼ਿਟ। ਠੀਕ ਹੈ, ਫਿਕਸਡ ਡਿਪੋਜ਼ਿਟ ਜਾਂ ਟਾਈਮ ਡਿਪੋਜ਼ਿਟ ਸੇਮ ਨਹੀਂ। ਪੰਜਾਬੀ ਦੇ ਵਿੱਚ ਇਹਨੂੰ ਨਿਸ਼ਚਿਤ ਕਾਲੀਨ ਜਾਂ ਮਿਆਦੀ ਜਮ੍ਹਾਂ ਖਾਤਾ ਵੀ ਬੋਲਿਆ ਜਾਂਦਾ। ਦੇਖੋ ਇਹਦੇ ਵਿੱਚ ਕੀ ਹੁੰਦਾ, ਇਨ ਦਿਸ ਟਾਈਪ ਆਫ ਅਕਾਊਂਟ ਦਾ ਮਨੀ ਇਜ਼ ਡਿਪੋਜ਼ਿਟਡ ਫॉर ਦਾ stipulated period of time and that money cannot be withdrawn from before the expiry of that period। ਠੀਕ ਹੈ, ਇਹਦੇ ਵਿੱਚ ਜੋ ਵੀ ਪੈਸਾ ਜਮ੍ਹਾਂ ਕੀਤਾ ਜਾਂਦਾ ਉਹ ਇੱਕ ਲਿਮਿਟਡ ਪੀਰੀਅਡ ਦਾ ਟਾਈਮ ਹੁੰਦਾ। ਇਹ ਤੋਂ ਪਹਿਲਾਂ ਕੀ ਆ ਕੋਈ ਵੀ ਵਿਅਕਤੀ ਪੈਸਾ ਨਹੀਂ ਜਿਹੜਾ ਕਢਵਾ ਸਕਦਾ। ਠੀਕ ਹੈ, ਫਿਕਸਡ ਆ ਮਤਲਬ ਕੀ ਫਿਕਸਡ ਆ, ਇੱਕ ਟਾਈਮ ਫਿਕਸਡ ਆ ਜਿਹਦੇ ਤੋਂ ਬਾਅਦ ਕੀ ਆ ਜਿਹਦੇ ਤੋਂ ਪਹਿਲਾਂ ਉਹਦੀ ਐਕਸਪਾਇਰੀ ਤੋਂ ਪਹਿਲਾਂ ਠੀਕ ਹੈ ਕੋਈ ਵੀ ਵਿਅਕਤੀ ਜਿਹੜਾ ਪੈਸੇ ਨਹੀਂ ਕਢਵਾ ਸਕਦਾ। ਇਫ ਆ ਡਿਪੋਜ਼ਿਟਰ ਡਜ਼ ਸੋ ਦੈਨ ਹੀ ਹੈਜ਼ ਟੂ ਫੋਰਗੋ ਸਮ ਇੰਟਰਸਟ ਟੂ ਬੈਂਕ। ਠੀਕ ਹੈ, ਜੇਕਰ ਕੋਈ ਵਿਅਕਤੀ ਚਾਹੁੰਦਾ ਵੀ ਇਸ ਪੀਰੀਅਡ ਆਫ ਟਾਈਮ ਤੋਂ ਮਤਲਬ ਉਹਨਾਂ ਨੇ 2 ਸਾਲਾਂ ਦੇ ਲਈ ਪੈਸੇ FD ਕਰਵਾਈ। ਠੀਕ ਹੈ, 2 ਸਾਲਾਂ ਦੀ FD ਕਰਵਾਈ,
ਉਹ ਕਹਿੰਦਾ ਵੀ FD ਨੂੰ 2 ਸਾਲਾਂ ਤੋਂ ਪਹਿਲਾਂ ਤੜਵਾਉਣਾ, ਠੀਕ ਹੈ। ਫਿਰ ਉਹਨੂੰ ਨੁਕਸਾਨ ਕੀ ਹੋਊਗਾ, ਉਹਨੂੰ ਰੇਟ ਆਫ ਇੰਟਰਸਟ ਹੈ ਜਿਹੜਾ ਕੁਝ ਕੀ ਆ ਛੱਡਣਾ ਪਊਗਾ, ਠੀਕ ਹੈ। ਉਹਨਾਂ ਨੂੰ ਰੇਟ ਆਫ ਇੰਟਰਸਟ ਜਿਹੜਾ ਕਿ ਘੱਟ ਮਿਲੂਗਾ। ਦਿਸ ਅਕਾਊਂਟ ਕੈਰੀਜ਼ ਹਾਈ ਰੇਟ ਆਫ ਇੰਟਰਸਟ, ਇਹਦੇ 'ਤੇ ਹਾਈ ਰੇਟ ਆਫ ਇੰਟਰਸਟ ਮਿਲਦਾ, ਠੀਕ ਹੈ। ਬਹੁਤ ਜ਼ਿਆਦਾ ਰੇਟ ਆਫ ਇੰਟਰਸਟ ਬੈਂਕਾਂ ਦੁਆਰਾ ਦਿੱਤਾ ਜਾਂਦਾ FDs 'ਤੇ। ਲੌਂਗਰ ਦਾ ਪੀਰੀਅਡ ਆਫ ਡਿਪੋਜ਼ਿਟ ਹਾਇਰ, ਠੀਕ ਹੈ। ਜੇ ਕਹਿੰਦੇ ਜੇ ਆਪਾਂ ਲੰਮੇ ਸਮੇਂ ਦੇ ਲਈ FD ਨੂੰ ਕੀ ਆ ਨਾ ਤੜਵਾਈਏ ਤਾਂ ਆਪਣੇ ਜਿਹੜਾ ਰੇਟ ਆਫ ਇੰਟਰਸਟ ਵੀ ਜ਼ਿਆਦਾ ਮਿਲੂਗਾ। ਜੇ ਆਪਾਂ ਘੱਟ ਸਮੇਂ ਦੇ ਲਈ ਵਾਈਸ ਵਰਸਾ, ਮਤਲਬ ਇਸ ਤੋਂ ਉਲਟ ਜੇ ਆਪਾਂ ਘੱਟ ਸਮੇਂ ਦੇ ਲਈ ਕਰਵਾਵਾਂਗੇ ਤਾਂ ਆਪਾਂ ਨੂੰ ਰੇਟ ਆਫ ਇੰਟਰਸਟ ਵੀ ਆ ਕਿਹੜਾ ਕੀ ਉਹ ਘੱਟ ਮਿਲੂਗਾ, ਠੀਕ ਹੈ। ਸੋ ਅਗਲਾ ਅਕਾਊਂਟ ਕੀ ਆ, ਕਰੰਟ ਅਕਾਊਂਟ ਡਿਪੋਜ਼ਿਟ, ਮਤਲਬ ਚਾਲੂ ਜਮ੍ਹਾਂ ਖਾਤਾ। ਇਹਦੇ ਵਿੱਚ ਕੀ ਹੁੰਦਾ, ਦਿਸ ਟਾਈਪ ਆਫ ਅਕਾਊਂਟ ਇਜ਼ ਜਰਨਲੀ ਮੇਨਟੇਨਡ ਬਾਈ ਦਾ ਬਿਜ਼ਨਸਮੈਨਸ ਐਂਡ ਅ ਟਰੇਡਰ। ਜਿਹੜੇ ਵਪਾਰੀ ਹੁੰਦੇ ਆ ਜਾਂ ਬਿਜ਼ਨਸਮੈਨ ਹੁੰਦੇ ਆ ਉਹੀ ਇਸੇ ਤਰ੍ਹਾਂ ਦੇ ਕੀ ਆ ਅਕਾਊਂਟਸ ਨੂੰ ਯੂਜ਼ ਕਰਦੇ ਆ। ਦੇਰ ਇਜ਼ ਨੋ ਰਿਸਟ੍ਰਿਕਸ਼ਨਸ imposed by the banking law on the depositor regarding the number of withdrawals during the given period of time, ਠੀਕ ਹੈ। ਆਪਾਂ ਨੂੰ ਪਤਾ ਜਿਹੜੇ ਵਪਾਰੀ ਆ ਜਾਂ ਬਿਜ਼ਨਸਮੈਨ ਆ ਉਹਨਾਂ ਨੂੰ ਬਹੁਤ ਜ਼ਰੂਰਤ ਹੁੰਦੀ ਆ ਪੈਸੇ, ਕਦੋਂ ਵੀ ਉਹ ਜਮ੍ਹਾਂ ਕਰਵਾਉਣੇ ਪੈਂਦੇ ਆ, ਉਹਨਾਂ ਨੂੰ ਕਦੋਂ ਵੀ ਕਢਵਾਉਣੇ ਪੈਂਦੇ ਆ। ਕਈ ਵਾਰੀ ਤਾਂ ਉਹਨਾਂ ਦੇ ਬੈਂਕ ਦੇ ਵਿੱਚ ਬਹੁਤ ਜ਼ਿਆਦਾ ਪੈਸੇ ਹੁੰਦੇ ਆ, ਕਈ ਵਾਰੀ ਬਹੁਤ ਘੱਟ ਹੁੰਦੇ ਆ, ਠੀਕ ਹੈ। ਹੁਣ ਇਹ ਕੀ ਆ, ਕਰੰਟ ਅਕਾਊਂਟ ਕੀ ਹੈ, ਕਰੰਟ ਦੇ ਵਿੱਚ ਕੀ ਆ, ਚਾਲੂ ਰਹਿੰਦਾ ਹਮੇਸ਼ਾ, ਕਦੋਂ ਵੀ ਆਪਾਂ ਇਹਦੇ ਵਿੱਚ ਪੈਸੇ ਜਮ੍ਹਾਂ ਕਰਵਾ ਸਕਦੇ ਹਾਂ ਅਤੇ ਕਦੋਂ ਵੀ ਆਪਾਂ ਕੀ ਆ ਕਢਵਾ ਸਕਦੇ ਹਾਂ, ਠੀਕ ਹੈ। ਬੈਂਕ ਡਜ਼ ਨਾਟ ਗਿਵ ਐਨੀ ਰੇਟ ਆਫ ਇੰਟਰਸਟ ਔਨ ਸੱਚ ਡਿਪੋਜ਼ਿਟਸ। ਇਹਦੇ ਵਿੱਚ ਕੀ ਆਪਾਂ ਯਾਦ ਰੱਖਣਾ, ਇਹਦੇ ਵਿੱਚ ਕੋਈ ਵੀ ਬੈਂਕ ਦੁਆਰਾ ਰੇਟ ਆਫ ਇੰਟਰਸਟ ਪੇ ਨਹੀਂ ਕੀਤਾ ਜਾਂਦਾ। ਕਿਉਂ ਨਹੀਂ ਕੀਤਾ ਜਾਂਦਾ, ਕਿਉਂਕਿ ਪੈਸਿਆਂ ਦੀ ਲਿਮਿਟ ਇੱਕੋ ਜਿਹੀ ਨਹੀਂ ਰਹਿੰਦੀ, ਕਦੇ ਤਾਂ ਪੈਸੇ ਵੱਧ ਜਾਂਦੇ ਆ ਅਤੇ ਕਦੇ ਘੱਟ ਜਾਂਦੇ ਆ, ਤਾਂ ਕਰਕੇ ਇਹਨਾਂ 'ਤੇ ਕੋਈ ਵੀ ਰੇਟ ਆਫ ਇੰਟਰਸਟ ਨਹੀਂ ਦਿੱਤਾ ਜਾਂਦਾ, ਠੀਕ ਹੈ। ਕਰੰਟ ਡਿਪੋਜ਼ਿਟ ਨੂੰ ਜਾਂ ਚਾਲੂ ਖਾਤੇ ਨੂੰ ਹੋਰ ਵੀ ਕੀ ਕਿਹਾ ਜਾਂਦਾ, ਮੰਗ ਡਿਪੋਜ਼ਿਟਸ, ਮਤਲਬ ਮੰਗ ਜਮ੍ਹਾਂ ਵੀ ਕਿਹਾ ਜਾਂਦਾ, ਡਿਮਾਂਡ ਡਿਪੋਜ਼ਿਟ ਵੀ ਕਿਹਾ ਜਾਂਦਾ। ਬਿਕੋਜ਼ ਸੱਚ ਡਿਪੋਜ਼ਿਟਸ ਕੈਨ ਬੀ ਵਿਦਡਰਾਨ ਔਨ ਦਾ ਡਿਮਾਂਡ, ਮਤਲਬ ਜਦੋਂ ਵੀ ਲੋਕਾਂ ਨੇ ਉਹਨਾਂ ਕੋਲ ਡਿਮਾਂਡ ਕੀਤੀ ਵੀ ਸਾਨੂੰ ਪੈਸੇ ਦੇ ਦਿਓ ਅਤੇ ਉਹਦੀ ਬੈਂਕ ਕੀ ਆ ਕੱਢ ਕੇ ਦੇ ਦਿੰਦਾ। ਅੱਗੇ ਆ ਰੀਅਕਰਿੰਗ ਡਿਪੋਜ਼ਿਟਸ ਅਕਾਊਂਟਸ, ਜਿਹਨੂੰ ਆਵਰਤੀ ਜਮ੍ਹਾਂ ਖਾਤਾ ਵੀ ਬੋਲਿਆ ਜਾਂਦਾ। ਰੀਅਕਰਿੰਗ ਮਤਲਬ ਜਿਹੜੀਆਂ ਕਿ ਅਕਰਿੰਗ ਹੁੰਦੀਆਂ ਅਗੇਨ ਐਂਡ ਅਗੇਨ ਪੀਰੀਓਡਿਕਲੀ, ਮਤਲਬ ਸਮੇਂ ਦੇ ਅਨੁਸਾਰ ਕੀ ਆ ਉਹ ਭਰਨੀਆਂ ਪੈਂਦੀਆਂ ਜੋ ਵੀ ਇੰਸਟਾਲਮੈਂਟਸ ਹੁੰਦੀਆਂ। ਇਨ ਦਿਸ ਅਕਾਊਂਟ ਆਰ ਡਿਪੋਜ਼ਿਟਰ ਹੈਜ਼ ਟੂ ਡਿਪੋਜ਼ਿਟ ਅ ਸਪੈਸੀਫਿਕ ਅਮਾਊਂਟ ਆਫ ਮਨੀ ਔਨ ਦਾ ਬੇਸਿਸ ਆਫ ਰੈਗੂਲਰ ਇੰਸਟਾਲਮੈਂਟਸ ਫੋਰ ਅ ਫਿਕਸਡ ਪੀਰੀਅਡ ਆਫ ਟਾਈਮ। ਮਤਲਬ ਇਹਦੇ ਵਿੱਚ ਇੱਕ ਫਿਕਸਡ ਪੀਰੀਅਡ ਆਫ ਟਾਈਮ ਹੁੰਦਾ, ਮਤਲਬ 5 ਸਾਲਾਂ, ਠੀਕ ਹੈ। ਫਿਕਸਡ ਆਫ ਟਾਈਮ ਮੰਨ ਲਓ 5 ਸਾਲ ਆ, ਠੀਕ ਹੈ। ਉਹਦੇ ਵਿੱਚ ਤੁਸੀਂ ਕੀ ਹੈ 3-3 ਮਹੀਨਿਆਂ ਦੇ ਬਾਅਦ, 5 ਸਾਲਾਂ ਦੇ ਵਿੱਚ 3-3 ਮਹੀਨਿਆਂ ਦੇ ਬਾਅਦ ਮੰਨ ਲਓ ਤੁਹਾਨੂੰ ਇੱਕ ਰੈਗੂਲਰ ਇੰਸਟਾਲਮੈਂਟ ਪੇ ਕਰਨੀ ਪਊਗੀ ਜੋ ਕਿ ਤੁਹਾਡੇ ਬੈਂਕ ਦੇ ਵਿੱਚ ਜਮ੍ਹਾਂ ਹੋਈ ਜਾਊਗੀ, ਠੀਕ ਹੈ। ਦਾ ਡਿਪੋਜ਼ਿਟਰ ਗੈਟਸ ਦਾ ਡਿਪੋਜ਼ਿਟਡ ਅਮਾਊਂਟ ਅਮੰਗ ਵਿਦ ਇੰਟਰਸਟ, ਠੀਕ ਹੈ। ਕੀ ਹੈ ਡਿਪੋਜ਼ਿਟਡ ਜਿਹੜਾ ਵੀ ਪੈਸਾ ਡਿਪੋਜ਼ਿਟ ਕਰਵਾਉਂਦਾ, ਠੀਕ ਹੈ, ਉਹਨੂੰ ਕੀ ਆ ਜਦੋਂ ਉਹਨੂੰ ਲਿਮਿਟ ਕੰਪਲੀਟ ਹੋ ਜੂਗੀ ਉਹਦੀ, ਮਤਲਬ ਪੀਰੀਅਡ ਆਫ ਟਾਈਮ ਕੰਪਲੀਟ ਹੋ ਜੂਗਾ, ਮੰਨ ਲਓ 5 ਸਾਲ ਹੋ ਗਏ ਉਹਨਾਂ ਨੂੰ ਜਮ੍ਹਾਂ ਕਰਵਾਉਂਦਿਆਂ ਨੂੰ, ਤਾਂ ਉਹਨਾਂ ਨੂੰ ਆਫਟਰ ਦੈਟ ਕੀ ਹੈ ਰੇਟ ਆਫ ਇੰਟਰਸਟ ਮਿਲੂਗਾ। ਆਫਟਰ ਦਾ ਮੈਜੋਰਟੀ ਆਫ ਦਾ ਟਾਈਮ, ਮੈਜੋਰਟੀ ਮਤਲਬ ਟਾਈਮ ਪੂਰਾ ਹੋਣ ਤੋਂ ਬਾਅਦ ਕੀ ਆ ਉਹਨੂੰ ਇੰਟਰਸਟ ਦੇ ਨਾਲ ਪੈਸਾ ਕੀ ਆ ਮਿਲ ਜੂ। This type of account carries almost same rate of interest as in the case of FD। ਇਹਦੇ ਵਿੱਚ ਕੀ ਯਾਦ ਰੱਖਣਾ ਆਪਾਂ, ਇਹਦੇ ਵਿੱਚ FD ਤੇ ਰੀਅਕਰਿੰਗ ਡਿਪੋਜ਼ਿਟ ਵਿੱਚ ਸੇਮ ਰੇਟ ਆਫ ਇੰਟਰਸਟ ਦਿੱਤਾ ਜਾਂਦਾ। ਹੁਣ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਪੀਰੀਅਡ ਆਫ ਟਾਈਮ ਕਿੰਨਾ ਕੁ ਹੋ ਸਕਦਾ, ਕਹਿੰਦੇ ਮਿਨੀਮਮ ਪੀਰੀਅਡ ਆਫ ਟਾਈਮ, ਠੀਕ ਹੈ। ਮੈਜੋਰਟੀ ਦਾ ਕਿੰਨਾ ਹੋ ਸਕਦਾ 6 ਮਹੀਨੇ ਵੀ ਹੋ ਸਕਦਾ, ਅਤੇ ਵੱਧ ਤੋਂ ਵੱਧ ਕੀ ਆ 10 ਸਾਲਾਂ ਤੱਕ ਵੀ ਆ ਕੀ ਆ ਲੋਕ ਆਪਦੇ ਪੈਸਿਆਂ ਨੂੰ ਕੀ ਆ ਇੱਦਾਂ ਹੀ ਇੰਸਟਾਲਮੈਂਟ ਰਾਹੀਂ ਜਮ੍ਹਾਂ ਕਰਵਾ ਸਕਦੇ ਆ। ਇਸ ਤੋਂ ਅੱਗੇ ਲਾਸਟ ਕੀ ਆ ਹੋਮ ਸੇਫ ਅਕਾਊਂਟ। ਹੋਮ ਸੇਫ ਅਕਾਊਂਟ ਬੱਚਤ ਖਾਤਾ ਕਿਹਾ ਜਾਂਦਾ। ਇਹਦੇ ਵਿੱਚ ਕੀ ਹੁੰਦਾ, ਜਿਵੇਂ ਕਿ ਇਹ ਨਾਮ ਤੋਂ ਹੀ ਕਲੀਅਰ ਹੋ ਜਾਣਾ, ਅੰਡਰ ਦਿਸ ਟਾਈਪ ਆਫ ਅਕਾਊਂਟ ਆ ਸੇਫ ਮਤਲਬ ਇੱਕ ਗੁੱਲਕ ਦਿੱਤਾ ਜਾਂਦਾ, ਇਜ਼ ਗਿਵਨ ਟੂ ਦਾ ਡਿਪੋਜ਼ਿਟਡ ਬਾਈ ਦਾ ਬੈਂਕ। ਇਹਦੇ ਵਿੱਚ ਕੀ ਹੈ ਬੈਂਕ ਦੁਆਰਾ, ਠੀਕ ਹੈ, ਜਿਹਨੇ ਪੈਸੇ ਜਮ੍ਹਾਂ ਕਰਵਾਉਣੇ ਹੁੰਦੇ ਆ ਉਹਨੂੰ ਗੁੱਲਕ ਦਿੱਤਾ ਜਾਂਦਾ, ਵਿਚ ਦਾ ਡਿਪੋਜ਼ਿਟਰ ਹੈਜ਼ ਟੂ ਕੀਪ ਐਟ ਹੋਮ। ਜਿਹੜੇ ਬੰਦੇ ਨੇ ਕੀ ਆ ਆਪਣੀ ਜਮ੍ਹਾਂ ਰਾਸ਼ੀ ਕਰਵਾਉਣੀ ਹੁੰਦੀ ਹੈ, ਡਿਪੋਜ਼ਿਟਡ ਹੁੰਦਾ ਜਿਹੜਾ, ਉਹਨੂੰ ਕੀ ਆ ਘਰ ਦੇ ਲਈ ਇੱਕ ਗੁੱਲਕ ਦਿੱਤਾ ਜਾਂਦਾ, ਠੀਕ ਹੈ।
ਐਂਡ ਪੁੱਟਸ ਹਿਜ਼ ਸਮੋਲ ਸੇਵਿੰਗ ਇਨ ਇਟ। ਅਤੇ ਉਹ ਕੀ ਕਰਦਾ, ਜਿਹੜਾ ਜਿਹਨੇ ਪੈਸੇ ਜਮ੍ਹਾਂ ਕਰਵਾਉਣੇ ਹੁੰਦੇ ਆ, ਉਹ ਹੌਲੀ ਹੌਲੀ ਜਿਹੜੀਆਂ ਸਮਾਲ ਸੇਵਿੰਗਸ ਉਹਨੇ ਕੀਤੀਆਂ ਹੁੰਦੀਆਂ ਘਰ ਰਹਿ ਕੇ ਉਹਦੇ ਵਿੱਚ ਜਮ੍ਹਾਂ ਕਰਦਾ। ਪਰ ਇਹਦੇ ਵਿੱਚ ਕੀ ਆ, ਜਿਹੜੀਆਂ ਉਸ ਗੁੱਲਕ ਦੀਆਂ ਕੀਜ਼ ਆ ਉਹ ਕਿਹਦੇ ਕੋਲ ਹੁੰਦੀਆਂ, ਬੈਂਕ ਦੇ ਕੋਲ ਹੁੰਦੀਆਂ। ਪੀਰੀਓਡਿਕਲੀ ਦਿਸ ਸੇਫ ਇਜ਼ ਟੇਕਨ ਟੂ ਬੈਂਕ ਵੇਅਰ ਦਾ ਅਮਾਊਂਟ ਆਫ ਦਾ ਸੇਫ ਇਜ਼ ਕ੍ਰੈਡਿਟਡ ਟੂ ਦਾ ਅਕਾਊਂਟ ਹੋਲਡਰ। ਠੀਕ ਹੈ, ਕੁਝ ਸਮੇਂ ਬਾਅਦ ਕਹਿੰਦੇ ਜਦੋਂ ਉਹਨਾਂ ਨੂੰ ਲੱਗਦਾ ਵੀ ਸਾਨੂੰ ਇਹ ਕੀ ਆ, ਸੇਫ ਨੂੰ ਕੀ ਇਹਦੇ ਵਿੱਚੋਂ ਪੈਸੇ ਅਸੀਂ ਕਢਵਾਉਣੇ ਆ, ਤਾਂ ਉਹ ਸੇਫ ਨੂੰ ਕਿਹਦੇ ਕੋਲ ਲੈ ਕੇ ਜਾਇਆ ਜਾਂਦਾ, ਬੈਂਕ ਕੋਲੇ ਲੈ ਕੇ ਚਲੇ ਜਾਂਦੇ ਆ। ਤਾਂ ਕੀ ਆ, ਉਹਦੇ ਅਕਾਊਂਟ ਦੇ ਵਿੱਚ ਇਸ ਪੈਸੇ ਨੂੰ ਕੀ ਆ, ਕ੍ਰੈਡਿਟ ਕਰ ਦਿੱਤਾ ਜਾਂਦਾ, ਭੇਜ ਦਿੱਤਾ ਜਾਂਦਾ ਬੈਂਕ ਦੇ ਦੁਆਰਾ। The rate of interest paid on such account is less than saving deposit account। ਮਤਲਬ ਸੇਵਿੰਗ ਡਿਪੋਜ਼ਿਟ ਦੇ ਵਿੱਚ ਜਿਹੜਾ ਬਹੁਤ ਘੱਟ, ਪਹਿਲਾਂ ਹੀ ਬਹੁਤ ਘੱਟ ਰੇਟ ਆਫ ਇੰਟਰਸਟ ਹੁੰਦਾ, ਅਤੇ ਉਦੋਂ ਵੀ ਘੱਟ ਕੀ ਆ, ਜਿਹੜਾ ਹੋਮ ਸੇਫ ਅਕਾਊਂਟ ਦੇ ਵਿੱਚ ਕੀ ਆ, ਰੇਟ ਆਫ ਇੰਟਰਸਟ ਮਿਲਦਾ। ਸੋ ਆਪਣੇ ਜਿਹੜੇ ਅਸੈਪਟਿੰਗ ਡਿਪੋਜ਼ਿਟ ਅਕਾਊਂਟਸ ਆ ਇੱਥੇ ਹੀ ਫਿਨਿਸ਼ ਹੋ ਜਾਣਗੇ ਉਹਦੇ ਵਰਕ। ਠੀਕ ਹੈ, ਫੰਕਸ਼ਨਸ ਉਹਦੇ, ਅਤੇ ਕੱਲ੍ਹ ਆਪਾਂ ਅੱਗੇ ਇਹਦੇ ਐਡਵਾਂਸਿੰਗ ਲੋਨਸ ਨੂੰ ਸਟਾਰਟ ਕਰਾਂਗੇ। ਸੋ ਥੈਂਕ ਯੂ ਸਟੂਡੈਂਟਸ।